ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਤੋਂ ਪ੍ਰਾਪਤ ਹੁੰਦੀ ਹੈ। ਅੱਜ ਦਾ ਜੋ ਵਚਨ ਹੈ ਜਿਸ ਦੀ ਆਪਾਂ ਵਿਚਾਰ ਕਰਾਂਗੇ, ਗੁਰਕਿਰਪਾ ਦੁਆਰਾ ਜੇਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਸੋ ਪਾਤਸ਼ਾਹ ਜੀ ਕਹਿੰਦੇ ਜਿੱਡਾ ਵੱਡਾ ਉਹ ਆਪ ਹੈ, ਆਪ ਹੀ ਆਪਣੇ ਆਪ ਨੂੰ ਜਾਣਦਾ ਹੈ। ਕਿਉਂਕਿ ਪਹਿਲਾਂ ਬਚਨ ਆਇਆ ਸੀ, ਆਪਾਂ ਕੱਲ ਵੀ ਉਹਦੀ ਵਿਚਾਰ ਕੀਤੀ ਸੀ, ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ। ਹੁਣ ਪਾਤਸ਼ਾਹ ਦੱਸਦੇ ਹਨ ਵੀ ਉਹਨੂੰ ਕੌਣ ਜਾਣ ਸਕਦਾ ਹੈ। ਕਿ ਜਿੱਡਾ ਵੱਡਾ ਉਹ ਆਪ ਹੈ, ਉਹ ਆਪਣੇ ਆਪ ਨੂੰ ਹੀ ਜਾਣ ਸਕਦਾ ਹੈ। ਇਹਦਾ ਕੀ ਭਾਵ ਹੋਇਆ ਕਿ ਹੁਕਮ ਕਿਵੇਂ ਪ੍ਰਗਟ ਹੁੰਦਾ ਹੈ। ਸੰਸਾਰ ਦੀ ਰਚਨਾ ਤੋਂ ਪਹਿਲਾਂ ਕੀ ਸੀ, ਅਸਲ ਵਿੱਚ ਪਰਮੇਸ਼ਰ ਹੈ ਕੀ, ਕਿਸ ਤਰ੍ਹਾਂ ਦਾ ਹੈ, ਕਿੱਥੇ ਰਹਿੰਦਾ ਹੈ, ਸਾਹਮਣੇ ਕਿਉਂ ਨਹੀਂ ਆਉਂਦਾ, ਸਾਰਿਆਂ ਨੂੰ ਸੋਝੀ ਕਿਉਂ ਨਹੀਂ ਦਿੰਦਾ, ਹੁਕਮ ਕਿਉਂ ਨਹੀਂ ਸੁਣਦਾ, ਗਰੀਬ ਅਮੀਰ ਕਿਉਂ ਕਰਦਾ, ਜੀਵਾਂ ਨੂੰ ਅੱਗ 'ਚ ਪਾਣੀ ਧਰਤੀ ਤੇ ਤੜਫਾ ਤੜਫਾ ਕੇ ਕਿਉਂ ਮਾਰਦਾ। ਸੋ ਇਹੋ ਜਿਹੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਸੰਸਾਰ 'ਚ ਕਿਸੇ ਕੋਲ ਨਹੀਂ ਹੈ। ਜਿੰਨੇ ਵੀ ਆਪਣੇ ਆਪ ਨੂੰ ਇੱਥੇ ਵੱਡੇ ਕਹਾਉਂਦੇ ਆ, ਉਹ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ। ਇਹ ਸਵਾਲਾਂ ਦਾ ਜਵਾਬ ਪਰਮੇਸ਼ਰ ਦੇ ਆਪ ਦੇ ਕੋਲ ਹੀ ਹੈ। ਅਸੀਂ ਕਹਿੰਦੇ ਹਾਂ ਕਿ ਰੱਬ ਹੈ ਨਹੀਂ। ਧਾਰਮਿਕ ਆਗੂ ਬਸ ਇੱਕ ਗੱਲ ਆਖਦੇ ਹਨ ਕਿ ਜੀ ਤੁਹਾਡੇ ਕਰਮਾਂ ਕਰਕੇ ਦੁੱਖ ਸੁੱਖ ਮਿਲਦੇ ਹਨ। ਜੀਵਾਂ ਨੂੰ ਸਭ ਨੂੰ ਇਹੀ ਗੱਲ ਆਖ ਦਿੰਦੇ ਹਨ, ਅਸੀਂ ਕਰਮਾਂ ਦੀ ਸਜ਼ਾ ਭੁਗਤ ਰਹੇ ਹਾਂ। ਸੋ ਅਸੀਂ ਇਹਨਾਂ ਗੱਲਾਂ ਨੂੰ ਚੁੱਪ ਕਰਕੇ ਮੰਨ ਲੈਂਦੇ ਹਾਂ। ਪਰ ਗੁਰਬਾਣੀ ਤੋਂ ਪੁੱਛਿਆ ਕਿ ਤੁਸੀਂ ਦੱਸੋ ਕਿ ਕੀ ਅਸੀਂ ਕਰਮਾਂ ਦੀ ਸਜ਼ਾ ਭੁਗਤਦੇ ਹਾਂ ਜਾਂ ਕੋਈ ਹੋਰ ਗੱਲ ਹੈ। ਤਾਂ ਗੁਰਬਾਣੀ ਨੇ ਆਖਿਆ ਕਿ ਮੇਰੇ ਕੋਲ ਬੈਠ। ਜਿਹੜੇ ਤੈਨੂੰ ਇਹ ਕਹਿੰਦੇ ਹਨ ਕਿ ਕਰਮਾਂ ਕਰਕੇ ਜੀਵਾਂ ਨੂੰ ਦੁੱਖ ਸੁੱਖ ਮਿਲਦਾ ਹੈ, ਉਹਨਾਂ ਨੂੰ ਤੂੰ ਜਾ ਕੇ ਪੁੱਛੀ ਕਿ ਮੈਂ ਆਪਣਾ ਇੱਕ ਭਗਤ ਪ੍ਰਗਟ ਕੀਤਾ ਸੀ ਇਸ ਸੰਸਾਰ ਦੇ ਅੰਦਰ, ਉਹਦੇ ਮੁੱਖੋਂ ਮੈਂ ਇੱਕ ਬਚਨ ਕਹਾਇਆ ਸੀ ਜੋ ਗੁਰਬਾਣੀ ਦੇ ਵਿੱਚ 973 ਅੰਗ ਦੇ ਉੱਪਰ ਦਰਜ ਹੈ। ਰਾਮਕਲੀ ਰਾਗ ਦੇ ਅੰਦਰ ਭਗਤ ਨਾਮਦੇਵ ਜੀ ਦੇ ਮੁੱਖੋਂ ਇਹ ਬਚਨ ਨਿਕਲਿਆ। ਪਾਤਸ਼ਾਹ ਕਹਿੰਦੇ ਮਾਏ ਨਾ ਹੋਤੀ ਬਾਪ ਨਾ ਹੋਤਾ, ਕਰਮ ਨਾ ਹੋਤੀ ਕਾਇਆ, ਹਮ ਨਹੀਂ ਹੋਤੇ तुम नहीं होते, कवन कहाँ ते आया, राम कोय न किस ही केरा, जैसे तरबर पंख बसेरा, रहाओ चंद न होता सूर न होता, पानी पवन मिलाया, शास्त्र न होता वेद न होता, कर्म कहाँ ते आया। कित्थों आया कर्म है। खेचर भूचर तुलसी माला, गुर प्रसादी पाया, नामा प्रणवै परम तत् है, सतगुर होए लिखाया। हुण इस शब्द भावें टीकाकार वाले भी पढ़ लो अर्थ, इस शब्द के अर्थ जो टीकाकार ने कीते वो भी तुसी पढ़ लो।
ਤੇ ਸਾਡੇ ਵਾਲਿਆਂ ਨੂੰ ਵੀ ਨਾ ਸਮਝੋ ਵੀ ਜੋ ਅਸੀਂ ਆਪਣੇ ਕੋਲੋਂ ਅਰਥ ਕਰਦੇ ਹਾਂ। ਕਈ ਵਾਰ ਅੱਲਾ ਕਹਿ ਦਿੰਦਾ ਵੀ ਤੁਸੀਂ ਤਾਂ ਜੀ ਆਪਣੇ ਕੋਲੋਂ ਹੀ ਅਰਥ ਕਰਦੇ ਹੋ। ਸੋ ਜੋ ਟੀਕਾਕਾਰ ਨੇ ਅਰਥ ਕੀਤਾ ਤੁਸੀਂ ਉਹੀ ਦੇਖ ਲਿਓ ਵੀ ਉੱਥੇ ਕੀ ਲਿਖਿਆ ਹੋਇਆ ਇਸ ਸ਼ਬਦ ਬਾਰੇ। ਜਿਹੜੇ ਇਹ ਗੱਲ ਕਹਿੰਦੇ ਆ ਵੀ ਜੀ ਕਰਮਾਂ ਦੀ ਉਹੀ ਸਜ਼ਾ ਮਿਲਦੀ ਹੈ ਬੰਦੇ ਨੂੰ। ਸੋ ਸਭ ਕੁਝ ਉਸ ਦੇ ਹੁਕਮ ਵਿੱਚ ਹੋ ਰਿਹਾ ਹੈ। ਇਹਨਾਂ ਸਵਾਲਾਂ ਦੇ ਜਵਾਬ ਪਰਮੇਸ਼ਰ ਜੀ ਕੋਲ ਹਨ। ਭਗਤਾਂ ਕੋਲ ਪਰਮੇਸ਼ਰ ਅੱਗੇ ਕੋਈ ਸਵਾਲ ਨਹੀਂ ਹੁੰਦਾ, ਨਾ ਭਗਤ ਪਰਮੇਸ਼ਰ ਨੂੰ ਕੋਈ ਸਵਾਲ ਕਰਦੇ ਹਨ, ਕਿਉਂਕਿ ਦਾਸ ਹਨ। ਇਸੇ ਕਰਕੇ ਜੋ ਪਰਮੇਸ਼ਰ ਹੁਕਮ ਕਰਦਾ ਹੈ ਭਗਤ ਬਸ ਉਸ ਨੂੰ ਮੰਨਦੇ ਹਨ। ਸਵਾਲ ਤਾਂ ਭਗਤ ਸੰਸਾਰੀ ਧਾਰਮਿਕ ਆਗੂਆਂ ਨੂੰ ਕਰਦੇ ਹਨ ਤੇ ਸਿਖਾਉਂਦੇ ਹਨ ਕਿ ਪੁੱਛੋ ਇਹਨਾਂ ਨੂੰ ਤਾਂ ਭਗਤਾਂ ਤੋਂ ਭੈ ਲੱਗਦਾ ਸੀ। ਸਾਰਿਆਂ ਨੂੰ ਕੰਬਾ ਛਿੜ ਜਾਂਦਾ ਸੀ ਜਦੋਂ ਕਿਤੇ ਭਗਤ ਸਾਹਿਬਾਨ ਇਹਨਾਂ ਧਾਰਮਿਕ ਆਗੂਆਂ ਨਾਲ ਗਿਆਨ ਗੋਸ਼ਟੀ ਕਰਦੇ ਸੀ। ਸਾਰੀਆਂ ਮੱਤਾਂ ਦੇ ਪੈਰੋਕਾਰ ਚੁੱਪ ਹੋ ਜਾਂਦੇ ਸੀ। ਸੋ ਗੁਰੂ ਨਾਨਕ ਸਾਹਿਬ ਆਪ ਆਪਣੀ ਗੁਰਬਾਣੀ ਵਿੱਚ ਵੀ ਦੱਸਦੇ ਹਨ ਕਿ ਜਿੰਨੀ ਵੀ ਸੋਝੀ ਸਾਨੂੰ ਪ੍ਰਾਪਤ ਹੋਈ ਹੈ ਉਸ ਪਰਮੇਸ਼ਰ ਤੋਂ ਹੋਈ ਹੈ। ਪਰਮੇਸ਼ਰ ਦੀ ਕਰਮੀ ਹੈ, ਬਖਸ਼ਿਸ਼ ਹੈ, ਦਾਤ ਹੈ, ਹੁਕਮ ਦੀ ਸੋਝੀ ਹੋਈ ਹੈ। ਨਾਨਕ ਨਦਰੀ ਕਰਮੀ ਦਾਤ ਸਭ ਤੋਂ ਵੱਡੀ ਦਾਤ ਹੈ। ਹੁਕਮ ਜੇਵੜ ਆਪ ਤੇਵੜ ਤੇਰੀ ਦਾਤ। ਜਿੱਡਾ ਵੱਡਾ ਪਰਮੇਸ਼ਰ ਆਪ ਆ ਉੱਡਾ ਵੱਡਾ ਹੀ ਉਹਦਾ ਹੁਕਮ। ਤਾਂ ਹੀ ਉਹਦੇ ਵਿੱਚ ਸਮਾ ਜਾਂਦਾ ਹੁਕਮ। ਜਿੰਨਾ ਚਿਰ ਰਚਨਾ ਹੈ ਉਨਾ ਚਿਰ ਹੁਕਮ ਹੈ, ਜਦੋਂ ਰਚਨਾ ਨਹੀਂ ਉਦੋਂ ਹੁਕਮ ਉਹਦੇ ਵਿੱਚ ਸਮਾ ਜਾਂਦਾ। ਤੁਸੀਂ ਵੀ ਸਾਰੇ ਉਸ ਨਦਰੀ ਦੀ ਸਰਨ ਵਿੱਚ ਰਹੋ, ਰਜਾ ਵਿੱਚ ਰਹੋ। ਉਹ ਸਦਾ ਹੀ ਦਿਆਲ ਹੈ। ਤੁਹਾਡੇ ਅੰਦਰ ਚੱਲ ਰਹੇ ਹੁਕਮ ਦੀ ਸੋਝੀ ਆਪ ਹੀ ਕਰਵਾ ਦੇਵੇ। ਬਸ ਇੱਕ ਸ਼ਰਤ ਮੰਨਣੀ ਪਊਗੀ ਕਿ ਆਪਣੀ ਮੱਤ ਛੱਡ ਦਿਓ, ਸ਼ਬਦ ਵਿੱਚ ਮਨ ਨੂੰ ਲਾਈ ਰੱਖੋ। ਕਦੇ ਵੀ ਵਿਹਲਾ ਨਾ ਰਹਿਣ ਦਿਓ। ਸ਼ਬਦ ਵਿਚਾਰ ਵਿੱਚ ਲੱਗੇ ਮਨ ਨੂੰ ਹੀ ਅੰਦਰੋਂ ਹੁਕਮ ਦੀ ਸੋਝੀ ਆਉਣ ਲੱਗ ਜਾਂਦੀ। ਬਾਹਰੋਂ ਕਿਸੇ ਕੋਲੋਂ ਹੁਕਮ ਦੀ ਸੋਝੀ ਨਹੀਂ ਆਉਂਦੀ, ਜਾਣਕਾਰੀ ਮਿਲ ਜਾਂਦੀ। ਅਸੀਂ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਹੁਕਮ ਦੀ ਸੋਝੀ ਸਾਨੂੰ ਕਿਵੇਂ ਆਈ ਹੈ ਉਹੀ ਦੱਸ ਰਹੇ ਹਾਂ। ਕੋਰਸ ਉਹੀ ਕਰਨਾ ਪੈਣਾ ਜੋ ਅਸੀਂ ਕੀਤਾ, ਤਾਂ ਹੀ ਪ੍ਰਾਪਤੀ ਹੋਵੇਗੀ। ਗੁਰਬਾਣੀ 'ਚ ਪਾਤਸ਼ਾਹੀਆਂ ਨੇ ਬਾ ਭਗਤ ਸਾਹਿਬਾਨਾਂ ਨੇ ਸਿੱਧ ਕਰਕੇ ਦਿਖਾਇਆ ਹਰ ਇੱਕ ਗੱਲ ਨੂੰ। ਕੱਲੀਆਂ ਗੱਲਾਂ ਹੀ ਨਹੀਂ ਕੀਤੀਆਂ, ਕਮਾਇਆ ਵੀ ਆ ਉਹਨਾਂ ਬਚਨਾਂ। ਦੂਜੇ ਪਾਤਸ਼ਾਹ ਜੀ ਨੇ ਹੁਕਮ ਦੀ ਸਿੱਖਿਆ ਨੂੰ ਸਮਝਿਆ ਤੇ ਪਹਿਰਾ ਦਿੱਤਾ ਤੇ ਮਨ ਨੂੰ ਸ਼ਬਦ ਵਿਚਾਰ ਵਿੱਚ ਲਾ ਦਿੱਤਾ, ਤੇ ਉਹੀ ਦਾਤ ਜੋ ਗੁਰੂ ਨਾਨਕ ਸਾਹਿਬ ਦੇ ਹਿਰਦੇ 'ਚ ਸੀ ਉਹਨਾਂ ਕੋਲ ਵੀ ਆ ਗਈ। ਤੇ ਅੱਜ ਸਾਡੇ ਕੋਲ ਅੱਖਰਾਂ ਵਿੱਚ ਦਿੱਤਾ ਗਿਆ ਗਿਆਨ ਹੈ, ਸਾਰੇ ਭਗਤ ਸਾਹਿਬਾਨਾਂ ਨੇ ਦਿੱਤਾ। ਬਸ ਹੇ ਮੇਰੇ ਮਨਾ ਹੁਣ ਗੱਲ ਤੇਰੇ ਤੇ ਖੜੀ ਹੈ। ਮੰਨ ਕੇ ਵੇਖ, ਗੁਰਬਾਣੀ ਅਨੁਸਾਰ ਚੱਲ ਕੇ ਵੇਖ ਤੇ ਬਾਣੀ ਸੁਣੂਗੀ। ਤੁਰ ਕੀ ਬਾਣੀ ਆਈ ਪ੍ਰਗਟ ਹੋਊਗੀ, ਉਹਨਾਂ ਚਿਰ ਨਹੀਂ ਹੈ। ਜੇਵੜ ਆਪ ਜਾਣੇ ਆਪ ਆਪ, ਉਹੀ ਜਾਣ ਸਕਦਾ ਹੈ ਉਹਨੂੰ ਕਿ ਉਹ ਕਿੱਡਾ ਕੁ ਵੱਡਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਅਸੀਂ ਕੀ ਕਰ ਸਕਦੇ ਹਾਂ? ਅਸੀਂ ਕਰ ਸਕਦੇ ਹਾਂ ਉਹਦੇ ਅੱਗੇ ਆਪਣਾ ਆਪਾ ਭੇਟਾ।
ਜਦੋਂ ਅਸੀਂ ਆਪਣਾ ਆਪਾ ਭੇਟਾ ਕਰਾਂਗੇ ਤਾਂ ਕੀ ਹੋਊਗਾ? ਨਾਨਕ ਨਦਰੀ ਕਰਮੀ। ਨਾਨਕ ਜੀ ਕਹਿੰਦੇ ਉਹਦੀ ਜਿਹੜੀ ਨਦਰ ਹੈ ਉਹ ਉਸੇ ਵੇਲੇ ਮਿਲ ਜਾਣੀ। ਬਹੁਤਾ ਲੰਮਾ ਟਾਈਮ ਨਹੀਂ ਲੱਗਦਾ, ਬਸ ਮਨ ਮਾਇਆ ਚੋਂ ਬਾਹਰ ਨਿਕਲੇ ਤਾਂ ਸਹੀ, ਉਸੇ ਵੇਲੇ ਹੁਕਮ ਸਾਹਮਣੇ ਆ ਜਾਂਦਾ। ਸੂਰਜ ਛਿਪੇ ਤਾਂ ਸਹੀ, ਹਨੇਰਾ ਹੋ ਜਾਂਦਾ ਹੈ। ਸੂਰਜ ਉਦੇ ਹੋਏ ਤਾਂ ਸਹੀ, ਹਨੇਰਾ ਦੂਰ ਹੋ ਜਾਏ। ਬਹੁਤਾ ਟਾਈਮ ਨਹੀਂ ਲੱਗਦਾ। ਨਾਨਕ ਨਦਰੀ ਕਰਮੀ ਦਾਤ, ਉਹਦੀ ਜਿਹੜੀ ਨਦਰ ਹੈ, ਹੁਕਮ ਦਾ ਜਿਹੜਾ ਝਲਕਾਰਾ ਹੈ, ਹੁਕਮ ਦੀ ਜਿਹੜੀ ਸੋਝੀ ਹੈ, ਉਹ ਬਖਸ਼ਿਸ਼ ਹੈ। ਹੁਣ ਇੰਨੀ ਗੱਲ ਦੇ ਵਿੱਚ ਪਾਤਸ਼ਾਹ ਨੇ ਸਾਰਾ ਕੁਝ ਹੀ ਰੱਦ ਕਰ ਦਿੱਤਾ ਜੋ ਪਹਿਲਾਂ ਮੰਨੀ ਬੈਠੀ ਸੀ ਕਿ ਇਸ ਤਰ੍ਹਾਂ ਕਰਨ ਨਾਲ ਐ ਹੁੰਦਾ, ਇਸ ਤਰ੍ਹਾਂ ਕਰਨ ਨਾਲ ਕੁਝ ਨਹੀਂ ਹੁੰਦਾ। ਪਾਤਸ਼ਾਹ ਕਹਿੰਦੇ ਆਪਣਾ ਆਪਾ ਗਵਾਉਣ ਨਾਲ ਸਭ ਕੁਝ ਹੁੰਦਾ। ਹੁਣ ਆਪਣਾ ਆਪਾ ਕਿਵੇਂ ਗਵਾਇਆ ਜਾਂਦਾ ਹੈ? ਸਭ ਤੋਂ ਸੌਖਾ ਸਾਧਨ ਆਪਣਾ ਆਪਾ ਗਵਾਉਣ ਲਈ ਗੁਰਬਾਣੀ ਤੋਂ ਸੋਝੀ ਪ੍ਰਾਪਤ। ਜਿਵੇਂ ਜਿਵੇਂ ਗੁਰਬਾਣੀ ਤੋਂ ਸੋਝੀ ਆਉਂਦੀ ਹੈ, ਗਿਆਨ ਆਉਂਦਾ, ਸਮਝ ਆਉਂਦੀ ਹੈ, ਤਿਵੇਂ ਤਿਵੇਂ ਮਨ ਪਿੱਛੇ ਹਟਦਾ ਹੈ। ਜਿਵੇਂ ਜਿਵੇਂ ਮਨ ਪਿੱਛੇ ਹਟੀ ਜਾਂਦਾ, ਤਿਵੇਂ ਤਿਵੇਂ ਜਿਹੜੀ ਸਾਡੀ ਬੁੱਧ ਹੈ, ਅਕਲ ਹੈ, ਉਹ ਬਲਵਾਨ ਹੁੰਦੀ ਚਲੇ ਜਾਂਦੀ। ਸਾਡੇ ਕੋਲ ਸੋਝੀ ਆ ਜਾਂਦੀ ਹੈ, ਸਾਨੂੰ ਭਰਮ ਤੋਂ ਡਰ ਨਹੀਂ ਲੱਗਦਾ। ਅਸੀਂ ਵਹਿਮਾਂ ਭਰਮਾਂ ਤੋਂ ਦੂਰ ਖੜਦੇ ਵੀ ਨਹੀਂ, ਇਹ ਭਰਮ ਹੈ, ਦਿਖਾਓ ਕਰਕੇ ਕੁਛ। ਤੇ ਫਿਰ ਸਾਰੀ ਸੋਝੀ ਆ ਜਾਂਦੀ ਹੈ। ਉਹ ਜਿਹੜੀ ਸਾਨੂੰ ਸੋਝੀ ਆ ਰਹੀ ਹੈ ਉਹੀ ਕਰਮੀ ਹੈ, ਉਹੀ ਬਖਸ਼ਿਸ਼ ਸਾਡੇ ਤੇ ਹੋ ਰਹੀ ਹੈ। ਨਦਰ ਹੈ ਉਹਦੀ, ਹੁਕਮ ਚੱਲਦਾ ਹੈ, ਹੁਕਮ ਦੀ ਸੋਝੀ ਆ ਰਹੀ ਹੈ ਕਿ ਆਹ ਹੈ ਹੁਕਮ। ਸਭਨਾਂ ਉੱਪਰ ਕਿਰਪਾ ਪ੍ਰਭ ਤੇਰੀ, ਸਾਰਿਆਂ ਦੇ ਉੱਪਰ ਹੈ, ਕਿਸੇ ਥੋੜੀ ਕਿਸੇ ਘਨੇਰੀ। ਜਿਹਨੂੰ ਸਮਝ ਆ ਗਿਆ ਉਹ ਤੇ ਘਨੇਰੀ ਹੋ ਜਾਂਦੀ ਹੈ, ਜਿਹਨੂੰ ਨਹੀਂ ਸਮਝ ਆਉਂਦਾ ਤੇ ਥੋੜੀ ਹੁੰਦੀ। ਸੋ ਜੇ ਵੱਡਾ ਆਪ, ਜਿੱਡਾ ਵੱਡਾ ਉਹ ਆਪ ਹੈ, ਉਹ ਆਪ ਹੀ ਜਾਣਦਾ ਆਪਣੇ ਆਪ ਨੂੰ ਕਿ ਮੈਂ ਕਿੱਡਾ ਕੁ ਵੱਡਾ ਹੈ। ਸਮੁੰਦਰ ਹੀ ਜਾਣਦਾ ਕਿ ਮੈਂ ਕੀ ਹਾਂ, ਕਿੰਨਾ ਕੁ ਵੱਡਾ ਹੈ। ਆਪਾਂ ਤਾਂ ਇੱਕ ਧਰਤੀ ਤੇ ਬੈਠੇ, ਛੋਟਾ ਜਿਹਾ ਟੁਕੜਾ ਹੈ। ਆਪਾਂ ਦਾ ਸੰਸਾਰ ਦੇ ਵਿੱਚ ਧਰਮ ਜਿਹੜਾ ਹੈ ਸਮੁੰਦਰ ਆ, ਉਹਦਾ ਵੀ ਅੰਤ ਨਹੀਂ ਪਾ ਸਕਦੇ। ਸੋ ਪਰਮੇਸ਼ਰ ਦਾ ਅੰਤ ਪਾਉਣਾ ਬਹੁਤ ਔਖਾ ਹੈ। ਅਸੀਂ ਤਾਂ ਆਪਣੇ ਮੂਲ ਦਾ ਵੀ ਅੰਤ ਨਹੀਂ ਪਾ ਸਕਦੇ। ਜਦੋਂ ਸਾਡੇ ਮੂਲ ਨੇ ਜਾ ਕੇ ਉਹਦੇ ਵਿੱਚ ਸਮਾ ਜਾਣਾ, ਇਹਨੇ ਵੀ ਉਹਦਾ ਹੀ ਸਰੂਪ ਧਾਰਨ ਕਰ ਜਾਣਾ। ਸੋ ਸਾਡਾ ਫਰਜ਼ ਹੈ ਗੁਰਬਾਣੀ ਸਮਝਣੀ, ਸਮਝ ਕੇ ਉਹਦੇ ਤੇ ਪਹਿਰਾ ਦੇਣਾ, ਆਪ ਆਪਣੇ ਆਪ ਨੂੰ ਲਾਗੂ ਕਰਨੀ, ਆਪਣੇ ਆਪ ਤੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਗੁਰਬਾਣੀ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨੀ। ਜਿਵੇਂ ਜਿਵੇਂ ਅਸੀਂ ਗੁਰਬਾਣੀ ਦੇ ਅਨੁਸਾਰ ਚੱਲਦੇ ਹਾਂ, ਤਿਵੇਂ ਤਿਵੇਂ ਸਾਡੇ ਉੱਪਰ ਬਖਸ਼ਿਸ਼ ਹੁੰਦੀ ਚਲੀ ਜਾਂਦੀ ਹੈ ਤੇ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਉਸ ਤੋਂ ਅੱਗੇ ਪਾਤਸ਼ਾਹ ਬਚਨ ਕਰਦੇ ਹੈ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਬਹੁਤ ਵੱਡੀ ਦਾਤ ਹੈ ਉਸ ਦੀ ਬਖਸ਼ਿਸ਼, ਹੁਕਮ। ਸਾਰਿਆਂ ਭਗਤਾਂ ਨੇ ਬੇਅੰਤ ਕਹਿ ਕਹਿ ਕੇ ਗੱਲ ਖਤਮ ਕੀਤੀ ਹੈ। ਉਸ ਦੀ ਬਖਸ਼ਿਸ਼ ਬਾਰੇ ਲਿਖਿਆ ਵੀ ਨਹੀਂ ਜਾ ਸਕਦਾ। ਕੁਝ ਗੱਲਾਂ ਬਾਰ-ਬਾਰ ਲਿਖੀਆਂ ਹਨ ਕਿਉਂਕਿ ਕੁਝ ਭਰਮ ਵਿੱਚ ਪਾਉਣ ਵਾਲੀਆਂ ਮਨੌਤਾਂ ਸਨ, ਜਿਵੇਂ ਲੇਖੇ ਜੋਖੇ ਬਾਰੇ, ਜੋਤਿਸ਼ ਬਾਰੇ, ਤਾਂਤਰਿਕ ਵਿੱਦਿਆ, ਇੰਦਰਜਾਲ ਆਦਿ ਭਰਮ ਭੁਲੇਖਿਆਂ ਵਿੱਚ ਪਾਉਣ ਵਾਸਤੇ ਗ੍ਰੰਥ ਲਿਖੇ ਗਏ। ਕਿਸੇ ਨੇ ਕੁਝ ਲਿਖਿਆ, ਕਿਸੇ ਨੇ ਕੁਝ ਲਿਖਿਆ, ਪਰ ਉਸ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੋਈ। ਸੋ ਜਿਹੜਾ ਗੁਰਮੁਖ ਜਿਹਦੇ ਤੇ ਬਖਸ਼ਿਸ਼ ਹੈ, ਗੁਰਮੁਖ ਨਹੀਂ ਲੇਖਾ ਲਿਖਦਾ। ਪਰਮੇਸ਼ਰ ਇੰਨਾ ਵੱਡਾ ਹੋਣ ਦੇ ਬਾਵਜੂਦ ਵੀ ਨਹੀਂ ਜਤਾਉਂਦਾ ਕਿ ਮੈਂ ਇੰਨਾ ਕੁਝ ਦਿੱਤਾ, ਮੇਰੀ ਜੈ ਜੈਕਾਰ ਕਰੋ। ਅਸੀਂ ਤਾਂ ਉਸ ਦੇ ਦਿੱਤੇ ਚੋਂ
ਆਪ ਦੇ ਕੇ ਆਕੜੇ ਫਿਰਦੇ ਰਹਿੰਦੇ ਕਿ ਮੈਂ ਇੰਨਾ ਦਾਨ ਕੀਤਾ, ਮੈਂ ਆਹ ਕੀਤਾ। ਸਪੀਕਰਾਂ 'ਚ ਸਾਡਾ ਨਾਮ ਬੋਲਦਾ ਹੈ, ਸੁਣ ਕੇ ਸਾਨੂੰ ਖੁਸ਼ੀ ਹੁੰਦੀ ਹੈ। ਇਹੀ ਹੰਕਾਰ ਹੈ, ਹੋਰ ਕੀ ਹੈ। ਕਈ ਕਹਿੰਦੇ ਆ ਜੀ ਸਾਡੇ ਵੱਲੋਂ ਗੁਪਤ ਦਾਨ ਹੈ, ਤੇ ਗੁਪਤ ਕਿਵੇਂ ਹੋ ਗਿਆ? ਉਹ ਜਿਹਨੂੰ ਦਿੱਤਾ ਉਹਨੂੰ ਤਾਂ ਪਤਾ ਲੱਗ ਗਿਆ ਵੀ ਤੂੰ ਦਿੱਤਾ, ਇਹਦੇ 'ਚ ਗੁਪਤ ਵਾਲੀ ਗੱਲ ਕੀ ਰਹਿ ਗਈ? ਫਿਰ ਪਰਮੇਸ਼ਰ ਨੂੰ ਨਹੀਂ ਪਤਾ। ਇਹ ਪਤਾ ਨਹੀਂ ਕਿੱਥੋਂ ਕਿੱਥੋਂ ਸ਼ਬਦ ਸਾਡੇ ਬਣੇ ਹੋਏ ਨੇ। ਅਸੀਂ ਪੈਸਾ ਦੇ ਕੇ ਵੀ ਉਹਨੂੰ ਦਾਨ ਨਾਲ ਜੋੜਦੇ ਹਾਂ। ਉਹ ਦਾਨ ਨਹੀਂ ਹੈ, ਉਹ ਪੈਸੇ ਦਿੱਤੇ। ਅਸੀਂ, ਸਾਡੇ ਕੋਲ ਸੀ, ਅਸੀਂ ਦੇਤੇ। ਸਾਡੇ ਕੋਲ ਰਾਸ਼ਨ ਸੀ, ਰਾਸ਼ਨ ਦੇਤਾ। ਉਹ ਰਾਸ਼ਨ, ਉਹ ਪੈਸਾ, ਉਹ ਵੀ ਸਾਡਾ ਨਹੀਂ। ਉਹਨੂੰ ਆਪਣਾ ਮੰਨਣਾ ਹੀ ਭਰਮ ਹੈ, ਹੰਕਾਰ ਹੈ। ਧਰਮ ਦੇ ਜਗਤ ਖੇਤਰ ਵਿੱਚ ਆਤਮਿਕ ਤੌਰ ਤੇ ਮੈਂ ਗੱਲ ਕਰਦਾ, ਸੰਸਾਰੀ ਤੌਰ ਤੇ ਨਹੀਂ, ਕਿ ਜਿਹੜੇ ਧਾਰਮਿਕ ਲੋਕ ਨੇ, ਜਿਹੜੇ ਨਾਮ ਜਪਦੇ ਆ, ਗੁਰਬਾਣੀ ਪੜ੍ਹਦੇ ਆ, ਕਮ ਸੇ ਕਮ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ ਹੋਣਾ ਜ਼ਰੂਰੀ ਹੈ ਨਾ। ਜਿਹੜਾ ਬੱਚਾ ਸਕੂਲ 'ਚ ਪੜ੍ਹਦਾ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਸਕੂਲ 'ਚ ਕਿੰਨੇ ਪੀਰੀਅਡ ਲੱਗਦੇ ਆ, ਕਿੰਨੇ ਬੱਚੇ ਜਮਾਤ 'ਚ ਪੜ੍ਹਦੇ ਆ, ਕਿੰਨੇ ਸਬਜੈਕਟ ਨੇ, ਉਹਨੂੰ ਤਾਂ ਪਤਾ ਹੋਵੇ ਨਾ। ਹੁਣ ਜਿਹੜਾ ਬੱਚਾ ਸਕੂਲ 'ਚ ਪੜ੍ਹਦਾ ਹੀ ਨਹੀਂ, ਉਹਨੂੰ ਕੀ ਪਤਾ? ਜਿਹੜੇ ਬੰਦੇ ਗੁਰਬਾਣੀ ਪੜ੍ਹਦੇ ਆ ਉਹਨਾਂ ਨੂੰ ਤਾਂ ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਵੀ ਨਾਮ ਕੀ ਹੈ, ਸੰਗਤ ਕੀ ਹੈ, ਕਿਉਂਕਿ ਲਿਖਿਆ ਹੀ ਗੁਰਬਾਣੀ 'ਚ ਇਹ ਕੁਛ ਹੋਇਆ ਵੀ ਕਿਹੜਾ ਨਾਮ ਹੈ, ਕਿਹੜੀ ਸੰਗਤ ਹੈ, ਕਿਹੜਾ ਦਾਨ ਹੈ, ਕਿਹੜੀ ਸੇਵਾ ਹੈ। ਜੇ ਉਹਨਾਂ ਨੂੰ ਹੀ ਨਹੀਂ ਪਤਾ, ਫਿਰ ਉਹ ਕੀ ਕਰਦੇ ਆ? ਹੇ ਮੇਰੇ ਮਨਾ, ਹੁਣ ਤੂੰ ਆਪ ਆਪਣੇ ਭਾਈ ਅੰਦਰ ਝਾਤੀ ਮਾਰ ਲੈ ਵੀ ਤੂੰ ਫਿਰ ਕੀ ਕਰਦਾ। ਸੋ ਸਾਰਾ ਕੁਝ ਪਰਮੇਸ਼ਰ ਨੇ ਦਿੱਤਾ ਹੈ। ਜੇ ਅਸੀਂ ਕਿਸੇ ਨੂੰ ਦਿੰਦੇ ਹਾਂ, ਉਹ ਵੀ ਪਰਮੇਸ਼ਰ ਸਾਡੀ ਪਰਖ ਵੀ ਕਰਦਾ ਤੇ ਆਪਣੀ ਵਸਤੂ ਵੀ ਪਹੁੰਚਾ ਦਿੰਦਾ। ਉਹ ਦੇਖਦਾ ਰਹਿੰਦਾ ਵੀ ਇਹ ਕਰਦੇ ਕੀ ਨੇ। ਸੋ ਬੜਾ ਔਖਾ ਹੈ ਗੁਰਮੁਖ ਬਣਨਾ, ਗੁਰਸਿੱਖ ਬਣਨਾ। ਬੜੀ ਵੱਡੀ ਪ੍ਰਾਪਤੀ ਹੈ ਜੇ ਕੋਈ ਗੁਰਮੁਖ ਬਣ ਜਾਵੇ। ਪਰ ਸਾਡੇ ਤਾਂ ਇੱਥੇ ਜਣਾ ਖਣਾ ਹੀ ਗੁਰਮੁਖ ਹੈ। ਜਿਸ ਨੂੰ ਪਤਾ ਵੀ ਕੱਖ ਦਾ ਨਹੀਂ, ਉਹ ਵੀ ਗੁਰਮੁਖ ਹੈ। ਵਾਹ, ਵਿਦਿਆ ਦਾ ਕੋਈ ਪਤਾ ਨਹੀਂ, ਕੋਈ ਸੋਝੀ ਨਹੀਂ ਹੈ। ਹੇ ਮੇਰੇ ਮਨਾ, ਫਿਰ ਤੂੰ ਭਾਲਦਾ ਪਰਮੇਸ਼ਰ ਦੀ ਕਿਰਪਾ, ਇੰਜ ਨਹੀਂ ਮਿਲਣੀ। ਪਹਿਲਾਂ ਆਪਣੀ ਬੋਲੀ ਸੁਧਾਰ। ਵੱਡਾ ਦਾਤਾ ਪਰਮੇਸ਼ਰ ਹੈ, ਜਿਸ ਨੂੰ ਤਿਲ ਜਿਲ ਦਾ ਵੀ ਮਾਣ ਨਹੀਂ, ਤਮਾ ਨਹੀਂ ਕਿ ਸੰਸਾਰ ਮੇਰੀ ਪੂਜਾ ਕਰੇ, ਮੇਰੇ ਅੱਗੇ ਝੁਕੇ, ਮੇਰੇ ਤੋਂ ਡਰੇ। ਅਸੀਂ ਕੋਈ ਇੱਛਾ ਨਹੀਂ, ਕੋਈ ਵੀ ਉਹਦੇ ਅੰਦਰ ਇੱਛਾ ਨਹੀਂ ਹੈ ਪਰਮੇਸ਼ਰ। ਉਸ ਨੂੰ ਬਸ ਇਹੀ ਹੈ ਕਿ ਤੁਸੀਂ ਵਾਪਸ ਕਰਿਓ, ਮੇਰੀ ਗੱਲ ਮੰਨੋ। ਬਾਕੀ ਮੇਰੇ ਕੋਲ ਜੋ ਵੀ ਹੈ ਤੁਹਾਡਾ ਹੀ ਹੈ। ਘਰ ਤਾਂ ਤੇਰਾ, ਸਭ ਕੁਝ ਹੈ, ਤੁਹਾਡਾ ਹੀ ਘਰ ਹੈ। ਪਾਤਸ਼ਾਹ ਕਹਿੰਦੇ ਸਾਰਾ ਕੁਝ ਤੁਹਾਡਾ ਆਪਣਾ ਹੈ, ਪਰ ਅਸੀਂ ਉਹਨੂੰ ਆਪਣਾ ਮੰਨਦੇ ਨਹੀਂ। ਬਹੁਤਾ ਕਰਮ ਲਿਖਿਆ ਨਾ ਜਾਏ। ਪਾਤਸ਼ਾਹ ਕਹਿੰਦੇ ਉਹਦੀ ਕਿੱਡੀ ਕੁ ਬਖਸ਼ਿਸ਼ ਆ, ਉਹਦੇ ਹੁਕਮ ਦੀ ਕਿੱਡਾ ਕੁ ਪਸਾਰਾ ਹੈ, ਕਿੱਥੇ ਲਿਖਿਆ ਜਾਊਗਾ? ਕੋਈ ਐਸੀ ਚੀਜ਼ ਹੀ ਨਹੀਂ ਜਿੱਥੇ ਉਹਦਾ ਲਿਖਿਆ ਜਾਵੇ ਉਹਦੇ ਬਾਰੇ। ਇਸੇ ਕਰਕੇ ਗੁਰਬਾਣੀ ਦੇ ਅੰਦਰ ਵੀ ਪ੍ਰਮਾਣ ਜ਼ਰੂਰ ਮਾਇਆ ਦੇ ਦੇਤੇ, ਪਰ ਗੱਲ ਆਤਮਾ ਬਾਰੇ ਕੀਤੀ ਗਈ। ਜੇ ਰਚਨਾ ਦੀ ਗੱਲ ਕਰਦੇ ਫਿਰ ਤਾਂ ਰਚਨਾ ਮੁੱਕਦੀ ਨਹੀਂ, ਜਿੱਥੇ ਮਰਜ਼ੀ ਲਿਖੀ ਚੱਲੋ। ਸੋ ਵੱਡਾ ਦਾਤਾ ਤਿਲ ਨਾ ਤਵਾਏ। ਕਿੱਡਾ ਵੱਡਾ ਦਾਤਾ ਹੈ ਉਹ ਪਰਮੇਸ਼ਰ ਹੁਕਮ, ਕਿ ਇੰਨਾ ਹੀ ਰਚਨਾ ਰਚ ਕੇ ਵੀ, ਇੰਨਾ ਕੁਛ ਦੇਖ ਕੇ ਵੀ ਉਹਦੇ ਅੰਦਰ ਤਿਲ ਜਿੰਨੀ ਤਮਾ ਨਹੀਂ ਹੈ, ਹੰਕਾਰ ਨਹੀਂ ਹੈ। ਹੇ ਮੇਰੇ ਮਨਾ, ਤੇਰੇ ਕੋਲ ਤਾਂ ਹੈ ਹੀ ਕੁਛ ਨਹੀਂ, ਤੇ ਤੂੰ ਹੰਕਾਰ ਦੇ ਨਾਲ ਭਰਿਆ ਪਿਆ। ਤੇਰੇ ਅੰਦਰ ਤਾਂ ਹੰਕਾਰ ਦਾ ਟਿੱਬੇ ਲੱਗੇ ਪਏ ਆ।
ਫਿਰ ਤੂੰ ਆਖਦਾ ਵੀ ਮੈਨੂੰ ਗੁਰਬਾਣੀ ਤੋਂ ਸੋਝੀ ਆ ਜਾਵੇ। ਜਿਹੜੀ ਗੁਰਬਾਣੀ ਤੋਂ ਸੋਝੀ ਆਉਣੀ ਸੀ ਜਾਂ ਆਉਣੀ ਹੈ, ਉਹਦੇ ਲਈ ਹੋਈ ਤੂੰ ਤਾਂ ਹੰਕਾਰੀ ਬਿਰਤੀ ਧਾਰੀ ਬੈਠਾ। ਸ਼ੌਂਕ ਬਣਾ ਕੇ ਬੈਠ ਗਿਆ। ਗੁਰਬਾਣੀ ਕੋਈ ਸ਼ੌਂਕ ਨਹੀਂ ਹੈ। ਗੁਰਬਾਣੀ ਸਾਨੂੰ ਮਰਨਾ ਸਿਖਾਉਂਦੀ ਹੈ, ਮਰਨ ਦੀ ਜਾਂਚ ਸਿਖਾਉਂਦੀ ਹੈ ਕਿ ਇਸ ਸੰਸਾਰ 'ਚੋਂ ਹੋਂਦ ਕਿਵੇਂ ਗਵਾਉਣੀ ਹੈ। हे ਮੇਰੇ ਮਨ, ਉਹ ਚੀਜ਼ ਤਾਂ ਤੂੰ ਸਿੱਖੀ ਨਾ ਗੁਰਬਾਣੀ ਤੋਂ। ਤੂੰ ਤਾਂ ਸਗੋਂ ਇੱਥੇ ਜਿਉਣ ਦੇ ਵੱਡੇ ਵੱਡੇ ਦਾਅਵੇ ਕਰੀ ਬੈਠਾ। ਇਸ ਤਰ੍ਹਾਂ ਦੀਆਂ ਆਪਣੇ ਅੰਦਰ ਰੀਤਾਂ ਬਣਾਈ ਬੈਠਾ ਕਿ ਇੱਥੋਂ ਤੂੰ ਜਾਣਾ ਹੀ ਨਹੀਂ ਚਾਹੁੰਦਾ। ਫਿਰ ਜੀਵਨ ਸਫਲ ਨਹੀਂ ਹੋਣਾ। ਡਰਨਾ ਚਾਹੀਦਾ ਹੈ। ਗੁਰਬਾਣੀ ਤੋਂ ਭੈ ਰੱਖਣੀ ਚਾਹੀਦੀ। ਗੁਰਬਾਣੀ ਮੰਨਣ ਲੱਗਿਆਂ ਭੈ ਰੱਖਣੀ ਚਾਹੀਦੀ। ਗੁਰਬਾਣੀ ਪੜ੍ਹਨ ਲੱਗਿਆਂ ਭੈ ਰੱਖਣੀ ਚਾਹੀਦੀ ਹੈ ਕਿ ਕੋਈ ਸ਼ਬਦ ਇਸ ਤਰੀਕੇ ਨਾਲ ਨਾ ਪੜ੍ਹਿਆ ਜਾਵੇ ਜਿਹਦੀ ਸਮਝ ਹੀ ਗਲਤ ਆ ਜਾਵੇ। ਗੁਰਬਾਣੀ ਪੜ੍ਹੋ ਭਾਵੇਂ ਬਹੁਤ ਥੋੜੀ, ਪਰ ਉਹਨੂੰ ਸਮਝੋ, ਉਹਦੀ ਵਿਚਾਰ ਕਰੋ, ਫਿਰ ਉਹਨੂੰ ਆਪਣੇ ਤੇ ਲਾਗੂ ਕਰੋ। ਫਿਰ ਨਾਲ ਦੀ ਨਾਲ ਆਪਣੀ ਪਰਖ ਵੀ ਕਰੋ ਵੀ ਜਿੰਨੀ ਕੁ ਗੁਰਬਾਣੀ ਮੈਂ ਵਿਚਾਰਦਾ ਹਾਂ ਤੇ ਮੰਨਦਾ, ਕੀ ਮੇਰੇ ਤੇ ਇਹਦਾ ਅਸਰ ਵੀ ਪੈ ਰਿਹਾ। ਜੇ ਮੇਰੇ ਤੇ ਇਹਦਾ ਅਸਰ ਨਹੀਂ ਪੈ ਰਿਹਾ, ਇਹਦਾ ਮਤਲਬ ਮੈਂ ਫਿਰ ਕਿਤੇ ਨਾ ਕਿਤੋਂ ਗਲਤ ਹਾਂ। ਉਹਦਾ ਹੱਲ ਕਰਨਾ ਚਾਹੀਦਾ। ਤਾਂ ਕਿ ਜੀਵਨ ਸਫਲ ਹੋ ਸਕੇ। ਇੱਥੋਂ ਤੱਕ ਇਹ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।